ਸਿੱਖਾਂ ਦਾ ਆਪਣਾ ਜਿਹੜੀ ਹੈ ਸਿੱਖ ਡੇ ਪੈਰੇਡ ਦਾ ਮਤਲਬ ਇੱਕ ਜ਼ਾਹਰ ਸੀ ਕਿ ਬਿਨਾਂ ਜਿਹੜਾ ਕਿਸੇ ਨੇਸ਼ਨ ਦੀ ਸਪੋਰਟ ਦੇ, ਔਰ ਇਹੀ ਨਹੀਂ ਵੀ ਪੈਰੇਡ ਸਭ ਤੋਂ ਐਕਸਪੈਂਸਿਵ ਪੈਰੇਡ ਹੁੰਦੀ ਹੈ। ਜੂਨ 84 ਚ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਹੁੰਦਾ, ਉਸ ਤੋਂ ਫੌਰਨ ਬਾਅਦ ਕਿਉਂਕਿ ਜਿਹੜਾ 83 ਤੱਕ ਸਿੱਖ ਤਾਂ ਸਭ ਤੋਂ ਅੱਗੇ ਪੈਰੇਡ ਤੇ ਭੰਗੜੇ ਪਾਉਂਦੇ ਜਾਂਦੇ ਹੋਣੇ ਨੇ, ਕਿਉਂਕਿ ਭਾਰਤ ਉਹਨਾਂ ਨੂੰ ਆਪਣਾ ਮੁਲਕ ਲੱਗਦਾ ਸੀ। ਉਦੋਂ ਸਿੱਖਾਂ ਨੂੰ ਕਦੇ ਇਹ ਥੋੜ੍ਹੀ ਲੱਗਾ ਸੀ ਕਿ ਵੀ ਇਹ ਭਾਰਤ ਦੇ ਜਿਹੜਾ ਉਹ ਅਲਟੀਮੇਟਲੀ ਸਾਡੀ ਜਿਹੜੀ ਮੁਲਕ ਦੇ ਨਾਲ ਵਫਾਦਾਰੀ ਹੈ ਉਸ ਦਾ ਮੁੱਲ ਸਾਡੇ ਪ੍ਰਾਣ ਪਿਆਰੇ ਹਰਿਮੰਦਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਹੀ ਦੇਣਾ। ਉਸ ਕਿਸਮ ਦੇ ਨੌਜਵਾਨ ਜਿਹੜੇ ਨੇ ਉਹਨਾਂ ਦੇ ਅੰਦਰ ਅੱਗ ਦੇ ਭਾਂਬੜ ਮਚੇ ਹੋਏ ਸੀ ਕਿ ਵੀ ਇਹ ਜੋ ਇਹਨਾਂ ਨੇ ਸਾਡੇ ਨਾਲ ਕੀਤਾ ਇਸ ਦਾ ਅਸੀਂ ਕਿਵੇਂ ਜਵਾਬ ਦਈਏ। ਉਹਨਾਂ ਨੇ ਸਾਰੇ ਫਲੋਟ ਉਲਟਾਏ, ਕਿਤੇ ਭਾਰਤ ਮਾਤਾ ਕਿਤੇ ਹੈ ਤੇ ਉਹਨਾਂ ਦੇ ਦੂਜੇ ਕਿਤੇ ਨੇ ਹਾਹਾਕਾਰ ਮਚੀ, ਉਹਨਾਂ ਦੇ ਚੀਕਾਂ ਮਾਰਦੇ, ਉਹਨਾਂ ਦੇ ਗੁਜਰਾਤੀ ਆਂਧਰਾਈਡ ਕੋ ਲੁਕ ਰਹੇ ਨੇ, ਕੋ ਛੁਪ ਰਹੇ ਨੇ, ਕੋ ਥੱਲੇ ਵੜ ਰਹੇ ਨੇ। ਇਹ ਇੱਕ ਬੜਾ ਮੇਜਰ ਪਾਰਟ ਸੀ ਔਰ ਮੈਸੇਜ ਇਹ ਸੀ ਕਿ ਵੀ ਅਸੀਂ ਨੋ ਮੋਰ ਵਿਦ ਹਿੰਦੂ ਇੰਡੀਆ, ਹੁਣ ਸਾਡਾ ਆਪਣਾ ਮੁਲਕ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜ਼ਮਾਨ। ਤੁਹਾਡੀ ਹੋਸਟ ਅਨਿਲ ਮੁਖਰਤ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 25 ਅਪ੍ਰੈਲ 2022 12 ਵਿਸਾਖ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫੈਲਕਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਗੱਲਬਾਤ ਕਰਦੇ ਹਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਵੀਰ ਭੁਪਿੰਦਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਔਰ TV84 ਦਾ ਧੰਨਵਾਦ ਵੀ ਕੀਤਾ ਹੈ ਕਿ TV84 'ਚ ਜਿਹੜੇ ਪੰਥਕ ਮੀਡੀਆ ਦੀ ਸਾਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਕਿਸੇ ਵੀ ਪ੍ਰਭਾਵ ਤੋਂ ਮੁਕਤ ਹੋ ਕੇ ਗੱਲ ਕਰਨੀ ਔਖੀ ਹੈ ਅਤੇ ਇਹ ਸਾਡੀ ਸਾਰਿਆਂ ਦੀ ਸਹਾਇਤਾ ਨਾਲ ਹੀ ਸੰਭਵ ਹੋ ਸਕਦਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਭੁਪਿੰਦਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪਿਛਲੇ ਵੀਕਐਂਡ ਯਾਨੀ ਕਿ ਜਿਹੜਾ ਸੈਟਰਡੇ ਜਿਹੜਾ ਲੰਘਿਆ ਉਸ ਦੇ ਵਿੱਚ 34ਵੀਂ ਜਿਹੜੀ ਸਿੱਖ ਡੇ ਪਰੇਡ ਸੀ ਮੈਨਹੈਟਨ ਨਿਊਯਾਰਕ ਦੇ ਵਿੱਚ ਬੜੀ ਸ਼ਰਧਾ ਅਤੇ ਸ਼ਾਨੋ ਸ਼ੌਕਤ ਨਾਲ ਜਿਹੜੀ ਉਹ ਕੱਢੀ ਗਈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਔਰ ਕੇਸਰੀ ਰੰਗ ਵਿੱਚ ਜਿਹੜਾ ਰੰਗਿਆ ਸਮੁੱਚਾ ਮੈਨਹੈਟਨ ਸਿੱਖ ਤਾਕਤ ਦੀ ਜਿਹੜੀ ਅਗਵਾਈ ਵੀ ਦੇ ਰਿਹਾ ਸੀ, ਜਦੋਂ ਕਿ ਖਾਲਿਸਤਾਨ ਦੇ ਜਿਹੜੇ ਜ਼ਿੰਦਾਬਾਦ ਅਸਮਾਨ ਗੁੰਜਾਊ ਨਾਰੇ ਸਨ ਇਹ ਦੱਸ ਰਹੇ ਸਨ ਕਿ ਸਿੱਖ ਕੌਮ ਆਪਣਾ ਜਿਹੜਾ ਆਜ਼ਾਦ ਘਰ ਖਾਲਿਸਤਾਨ ਹਾਸਲ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ ਹੈ। ਸੋ ਇਸ ਨੂੰ TV84 ਨੇ ਲਾਈਵ ਟੈਲੀਕਾਸਟ ਵੀ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਭੁਪਿੰਦਰ ਸਿੰਘ ਟੋਰਾਂਟੋ ਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਨੇ ਵਿਊਅਰਸ ਨੂੰ ਵੀ ਇਹ ਕਾਲ ਦਿੱਤੀ ਹੈ
ਕਿ TV 84 ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਏ। ਔਰ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਬੇਸ਼ੱਕ ਸਾਡੇ ਵਿਊਅਰਸ ਦੀ ਇਹ ਚਾਹਨਾ ਹੁੰਦੀ ਹੈ ਕਿ ਗਲੋਬਲ ਸਾਡੇ ਰਿਪੋਰਟਰਸ ਹੋਣ, ਇਹ ਸਾਰੇ ਜੋ ਵੀ ਦੁਨੀਆ 'ਚ ਚੱਲ ਰਿਹਾ ਵੱਖ-ਵੱਖ ਥਾਵਾਂ ਤੋਂ ਉਸ ਦੀ ਰਿਪੋਰਟਿੰਗ ਹੋਏ। ਅਸੀਂ ਇੱਕ ਕਦਮ ਅੱਗੇ ਜਾਂਦੇ ਹਾਂ, ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ ਆਪਣੀ ਪੂਰੀਆਂ ਰਿਪੋਰਟਰ ਟੀਮਸ ਬਣਾਈਆਂ ਨੇ ਜੀ। ਅਸੀਂ ਇਹ ਵੀ ਦੇਖ ਰਹੇ ਹਾਂ ਵੀ ਇੱਕ ਪਾਸੇ ਤਾਂ ਉੱਥੇ ਪਾਬੰਦੀ ਹੈ ਹੀ ਹੈ, ਉਹਨਾਂ ਨੇ ਹੁਣ YouTube ਦੇ ਉੱਤੇ ਵੀ ਸਾਡੇ ਬਹੁਤ ਸਾਰੀਆਂ ਪਾਬੰਦੀਆਂ ਨੇ ਉੱਥੇ ਵੀ ਔਰ ਇੱਥੇ ਵੀ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ YouTube ਔਰ Facebook ਦੋਨੋਂ ਹੀ ਜਿਹੜੇ ਨੇ ਉਹ ਭਾਰਤੀ ਪ੍ਰਭਾਵ ਥੱਲੇ ਨੇ। ਔਰ ਕੱਲ੍ਹ ਦੀਆਂ ਜਿਵੇਂ ਖਬਰਾਂ 'ਚ ਹੈ ਕਿ YouTube ਦੇ 34 ਹੋਰ ਚੈਨਲ ਜਿਨ੍ਹਾਂ ਦੇ ਵਿੱਚ ਪਾਕਿਸਤਾਨੀ ਚੈਨਲ ਵੀ ਨੇ ਔਰ ਵਿਦਨ ਇੰਡੀਆ ਆਪਰੇਟ ਕਰਨ ਵਾਲੇ, ਉਹਨਾਂ ਦੇ ਉੱਤੇ ਜਿਹੜੀ ਹੈ ਉਹ ਪਾਬੰਦੀ ਲਾਈ ਹੈ ਉਹਨਾਂ ਦੀ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰੀ ਨੇ। ਔਰ TV 84 ਦਾ ਇੰਡੀਆ ਪੇਜ ਜਿਹਦੇ 'ਤੇ ਹਾਲਾਂ ਜਿਹਦਾ ਕੋਈ ਬਾਹਰਲੇ ਕੰਟੈਂਟ ਨਾਲ ਕੋਈ ਸੰਬੰਧ ਨਹੀਂ ਹੈ ਔਰ ਸਿਰਫ ਲੋਕਲ ਜਨਰੇਟਡ ਖਬਰਾਂ ਸੀ, ਉਸ ਨੂੰ ਉੱਥੋਂ ਗਾਇਬ ਕਰ ਦਿੱਤਾ ਗਿਆ, ਕਿਉਂਕਿ ਜਦੋਂ ਵੀ ਕੋਈ ਰੀਚ ਆਊਟ ਕਰਨਾ ਚਾਹੁੰਦਾ ਹੈ ਤੇ ਉਹ ਬਲੈਂਕ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਓਵਰਆਲ ਫੇਸਬੁੱਕ ਨੇ ਕੋਈ ਬਾਹਰ ਬੈਠਿਆਂ ਨੇ ਉਹਨੂੰ ਬੰਦ ਨਹੀਂ ਕੀਤਾ, ਬਾਹਰ ਉਹ ਵਿਜ਼ੀਬਲ ਹੈ ਪਰ ਉੱਥੇ ਜਿਹੜਾ ਹੈ ਉਹ ਨਹੀਂ ਹੈ। ਸੋ ਇਸ ਸਭ ਦੇ ਚਲਦਿਆਂ ਸਾਡਾ ਐਕਸਪੈਂਡੀਚਰ ਤਾਂ ਜਿਹੜਾ ਉਹ ਕਾਫੀ ਜ਼ਿਆਦਾ ਵਧਿਆ ਅੱਗੇ ਨਾਲੋਂ, ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਆਪਣੇ ਵਿਊਅਰਸ ਨੂੰ ਇਹ ਕਹੀਏ ਕਿ ਭਾਈ ਜੀ ਤੁਸੀਂ ਸਾਡੀ ਖੁੱਲ੍ਹ ਕੇ ਮਦਦ ਕਰੋਗੇ, ਫਾਈਨੈਂਸ਼ੀਅਲ ਸਪੋਰਟ ਹੋਏਗੀ ਤੇ ਅਸੀਂ ਬੇਸ਼ੱਕ 10 ਸਾਲ ਦਾ ਸਫ਼ਰ ਤੁਹਾਡੀ ਮਦਦ ਦੇ ਨਾਲ ਹੀ ਇਸ ਸਫ਼ਰ ਨੂੰ ਅਸੀਂ ਤੈਅ ਕਰ ਪਾਏ। ਪਰ ਜੇ ਅਸੀਂ ਇਸ ਨੂੰ ਅੱਗੇ ਵਧਾਉਣ ਦੀ ਗੱਲ ਵੀ ਕਰਦੇ ਹਾਂ ਬਟ ਐਟ ਦ ਸੇਮ ਟਾਈਮ ਸਾਡੇ ਰਿਸੋਰਸ ਜਿਹੜੇ ਨੇ ਉਹ ਵਧਣਗੇ ਨਹੀਂ ਜਾਂ ਈਵਨ ਅੱਗੇ ਨਾਲੋਂ ਵੀ ਥੱਲੇ ਵੱਲ ਜਾਣਗੇ, ਤੇ ਫਿਰ ਸਾਡੇ ਲਈ ਇਸ ਸਾਰੇ ਆਪਰੇਸ਼ਨ ਨੂੰ ਕੰਟੀਨਿਊ ਕਰਨਾ ਬਹੁਤ ਮੁਸ਼ਕਲ ਹੋਏਗਾ। ਅਸੀਂ ਕਰਜ਼ਾਈ ਵੀ ਨਹੀਂ ਹੋਣਾ ਚਾਹੁੰਦੇ, ਜਿਹੜੇ ਸਾਡੇ ਟੀਮਸ ਨਾਲ ਜੁੜੇ ਹੋਏ ਨੇ, ਮਿਹਨਤ ਕਰਦੇ ਨੇ, ਅਸੀਂ ਉਹਨਾਂ ਨੂੰ ਜੇ ਪ੍ਰੋਪਰ ਟਾਈਮ ਦੇ ਉੱਤੇ ਪੇ ਵੀ ਨਾ ਕਰ ਸਕੀਏ ਔਰ ਕਰਜ਼ਦਾਰੀ, ਇਹ ਸਾਡੇ ਲਈ ਜਿਹੜਾ ਜਾਂ ਸਾਡੇ ਈਵਨ ਕਾਜ਼ ਲਈ ਵੀ ਇਹ ਕੋਈ ਚੰਗੀ ਗੱਲ ਨਹੀਂ ਹੋਏਗੀ। ਇਸ ਲਈ ਅਸੀਂ ਕਦੇ-ਕਦੇ ਹੀ ਆਪਣਾ ਦਿਲ ਖੋਲ੍ਹਦੇ ਹਾਂ, ਬਾਕੀ ਤਾਂ ਸਾਨੂੰ ਹੁੰਦਾ ਹੈ ਕਿ ਭਾਈ ਚਲੋ ਜਿੰਨੀ ਸਾਡੇ ਵਿਊਅਰਸ ਬੜੇ ਸੈਂਸਿਟਿਵ ਵੀ ਨੇ ਔਰ ਸਾਡੇ ਨਾਲ ਖਲੋਤੇ ਨੇ ਤਾਂ ਹੀ ਅਸੀਂ ਇੰਨੇ ਵਰੇ ਇਸ ਨੂੰ ਜਾਰੀ ਰੱਖ ਸਕੇ। ਪਰ ਹੁਣ ਜਦੋਂ ਕਿ ਹਿੰਦੂਤਵਾ ਦਾ ਪ੍ਰਭਾਵ, ਉਹਨਾਂ ਦੀਆਂ ਬਰੂਟਲ ਨੀਤੀਆਂ ਬੜੀ ਤੇਜ਼ੀ ਨਾਲ ਇੰਪਲੀਮੈਂਟ ਕੀਤੀਆਂ ਜਾ ਰਹੀਆਂ ਨੇ ਔਰ ਜਿਸ ਅੰਦਾਜ਼ ਦੇ ਵਿੱਚ ਜੇ ਬੋਰਿਸ ਜੌਨਸਨ ਹੁਣ ਭਾਰਤ ਗਿਆ ਤੇ ਕਿਵੇਂ ਉਸਨੇ ਵੀ ਅੱਖਾਂ ਬੰਦ ਰੱਖੀਆਂ, ਕੋਈ ਜਿਹੜੀ ਹੈ ਗੱਲ ਤੱਕ ਨਹੀਂ ਕੀਤੀ ਹੈ ਕਿ ਭਾਈ ਹਿਊਮਨ ਰਾਈਟ ਵਾਇਲੇਟ ਹੋ ਰਹੇ ਨੇ ਜਾਂ ਕੀ। ਰਾਦਰ ਇਸ ਦੇ ਉਲਟ ਉਹਦੇ ਤੋਂ ਮੋਦੀ ਸਰਕਾਰ ਇਹ ਮੰਗ ਕਰਦੀ ਹੈ ਕਿ ਜੀ ਤੁਹਾਡੇ ਮੁਲਕ 'ਚ ਬੈਠੇ ਖਾਲਿਸਤਾਨੀ ਐਕਟਿਵਿਸਟ ਉਹਨਾਂ ਦੇ ਉੱਤੇ ਪਾਬੰਦੀਆਂ ਲਾਓ। ਔਰ ਇਹ ਉੱਥੇ ਕਹਿ ਕੇ ਆਉਂਦਾ ਹੈ ਕਿ ਜੀ ਮੈਂ ਜਿਹੜਾ ਐਂਟਾਈ ਐਕਸਟ੍ਰੀਮਿਜ਼ਮ ਟਾਸਕ ਫੋਰਸ ਬਣਾਵਾਂਗਾ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾਈਏ ਕਿ ਬਾਹਰ ਵੀ ਸਾਡੇ ਉੱਤੇ ਜਿਹੜੀਆਂ ਪਾਬੰਦੀਆਂ, ਕਰਬਸ ਜਾਂ ਹਰਾਸਮੈਂਟ ਦੀ ਲਾਈਨ ਬਰਾਬਰ ਜਾਰੀ ਹੈ। ਔਰ ਇਸ ਸਭ ਦੇ ਚਲਦਿਆਂ ਹਾਲਾਂ ਕੁਝ ਸਾਡੇ ਵੀਰ ਜਿਹੜੇ ਸ਼ਾਇਦ ਵੱਡੀ ਪਿਕਚਰ ਨੂੰ ਨਹੀਂ ਸਮਝਦੇ, ਉਹਨਾਂ ਨੇ ਸੁਝਾਅ ਵੀ ਦਿੱਤੇ ਨੇ ਕਿ ਇਸ ਨੂੰ ਜਸਟ ਇੱਕ IP ਚੈਨਲ ਰੱਖ ਕੇ ਘਰੋਂ ਸ਼ੁਰੂ ਕਰ ਲਿਆ ਜਾਏ, ਇੱਥੋਂ ਹੋ ਜਾਏ ਉੱਥੋਂ ਹੋ ਜਾਏ ਔਰ ਇੰਨੇ ਵੱਡੇ ਖਰਚੇ ਵਾਲੀ ਗੱਲ ਨੂੰ ਘਟਾਇਆ ਜਾਏ। ਪਰ ਮੇਰਾ ਇਹ ਕਹਿਣਾ ਵੀ ਜੇ ਤਾਂ ਅਸੀਂ ਮੁਲਕ ਬਣਾਉਣ ਚੱਲੇ ਹਾਂ, ਖਾਲਿਸਤਾਨ ਦੀ ਅਸੀਂ ਗੱਲ ਕਰਦੇ ਹਾਂ ਔਰ ਜਿਵੇਂ ਕੱਲ੍ਹ ਦੀ ਪੈਰੇਡ ਦਾ ਵੀ ਅਸੀਂ ਜ਼ਿਕਰ ਕਰਾਂਗੇ, ਉਸ ਦੇ ਮੰਚ ਤੋਂ ਵੀ ਭਾਈ ਹਿੰਮਤ ਸਿੰਘ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਜਦੋਂ ਇਹ ਐਲਾਨਿਆ ਕਿ TV 84 ਸਾਡਾ ਪੰਥਕ ਚੈਨਲ ਹੈ, ਇਸ ਨੂੰ ਅਸੀਂ ਕੌਮੀ ਚੈਨਲ ਐਲਾਨਿਆ ਹੋਇਆ। ਸੋ ਇਹ ਸਾਡੇ ਲਈ ਫਖਰ ਦੀ ਗੱਲ ਹੁੰਦੀ ਹੈ। ਪਰ ਗੱਲ ਇਹ ਵੀ ਹੈ ਕਿ ਸਿਰਫ ਗੱਲਾਂ ਬਾਤਾਂ 'ਚ ਜੇ ਅਸੀਂ ਕੌਮੀ ਚੈਨਲ ਰਹੇ ਔਰ ਸਾਨੂੰ ਕੋਈ ਜਿਹੜੀ ਹੈ ਉਹ ਐਕਟਿਵ ਮਦਦ ਨਾ ਮਿਲੀ ਤਾਂ ਫਿਰ ਅਸੀਂ ਇਸ ਨੂੰ ਜਾਰੀ ਨਹੀਂ ਰੱਖ ਸਕਾਂਗੇ। ਸੋ ਇਹ ਇੱਕ ਪ੍ਰੋਪਰ ਰੈਪਿਊਟਡ ਥਾਂ ਤੋਂ ਚੱਲ ਰਿਹਾ ਚੈਨਲ ਹੈ। 10 ਸਾਲ ਦੀ ਸਰਵਾਈਵਲ ਬਿਨਾਂ ਕਿਸੇ ਧਨਾੜ, ਬਿਨਾਂ ਕਿਸੇ ਜਿਹੜਾ ਹੈਂਕੜ ਨਾਲ ਆਪਣੀਆਂ ਫਿਰ ਸ਼ਰਤਾਂ ਮਨਵਾਉਂਦੇ ਨੇ ਉਹਨਾਂ ਦੀ ਮਦਦ ਦੇ, ਔਰ ਦੂਸਰੇ ਪਾਸੇ ਗੁਰਮਤ ਪੰਥਕ ਸਿਧਾਂਤਾਂ ਦੇ ਉੱਤੇ ਫੋਕਸ ਰੱਖਦੇ ਹਾਂ ਜਿਸ ਦੇ ਵਿੱਚ ਕਿਸੇ ਮੰਤਰੀ ਜੰਤਰੀ ਤੰਤਰੀ ਦੀ ਕੋਈ ਐਡ ਨਹੀਂ ਹੈ, ਕੋਈ ਖਾਲਿਸਤਾਨ ਦੇ ਕੌਜ਼ ਨਾਲ ਸਮਝੌਤਾ ਨਹੀਂ ਹੈ। ਇਹ ਵੱਖਰੀ ਗੱਲ ਹੈ
ਕਿ ਜਿਨ੍ਹਾਂ ਦੀ ਅਸੀਂ ਆਪਣੇ ਪੰਥਕ ਵੀਰਾਂ ਦੇ ਵੀ ਕੁਛ ਦੀ ਗੱਲ ਕਰਦੇ ਹਾਂ, ਜਿਹੜੇ ਬਾਹਰ ਮੁੱਖੀ ਤੌਰ ਦੇ ਉੱਤੇ ਜਦੋਂ ਆਪਣੀ ਬਰੀਫਿੰਗ ਦਿੰਦੇ ਨੇ ਜਾਂ TV 84 ਦਾ ਮਾਈਕ ਉਹਨਾਂ ਦੇ ਸਾਹਮਣੇ ਹੁੰਦਾ ਤੇ ਫਿਰ ਉਹ ਪੂਰਾ ਦਿਲ ਭਰ ਕੇ ਮੂੰਹ ਭਰ ਕੇ ਸਿਫਤ ਕਰ ਰਹੇ ਹੁੰਦੇ ਨੇ ਕਿ ਇਹ ਨਾ ਝੁਕਣ ਵਾਲਾ ਹੈ, ਇਹ ਸਾਰੇ ਪ੍ਰੋਗਰਾਮ ਕਵਰ ਕਰਦਾ, ਜਿੱਥੇ ਸਿੱਖਾਂ ਦਾ ਕੋਈ ਹੋਏ, ਪੰਥਕ ਹਿੱਤ ਦੂਜੇ ਤੀਜੇ। ਪਰ ਜਿਉਂ ਹੀ ਅੱਖੋਂ ਓਲੇ ਹੁੰਦੇ ਤੇ ਫਿਰ ਜਿਹੜੇ ਦੂਸਰੇ ਨੇ, ਜਿਹੜੇ ਬਿਲਕੁਲ ਪੰਥ ਵਿਰੋਧੀ ਨੇ, ਉਹਨਾਂ ਦੇ ਵੀ ਗੁਣ ਗਾਇਨ ਕਰ ਰਹੇ ਹੁੰਦੇ ਨੇ ਔਰ ਅਸਲ 'ਚ ਮਦਦ ਉਹਨਾਂ ਦੀ ਕਰ ਰਹੇ ਨੇ। ਜਦੋਂ ਅਸੀਂ ਆਪਣੀ ਜਿਹੜਾ, ਕਿਉਂਕਿ ਜਦੋਂ ਤੁਸੀਂ ਇੱਕ ਵਕਾਰੀ ਔਰ ਅਣਖੀ ਔਰ ਖੁਦਦਾਰੀ ਦੀ ਗੱਲ ਕਰਦੇ ਹੋ ਤੇ ਜ਼ਾਹਰ ਹੈ ਕਿ ਜੇ ਅਸੀਂ ਸਰਕਾਰਾਂ ਨਾਲ ਟੱਕਰ ਲੈਣ ਦੀ ਗੁਰੂ ਨੇ ਸਾਨੂੰ ਹਿੰਮਤ ਦਿੱਤੀ ਹੈ, ਉਹ ਖੁਦਦਾਰੀ 'ਚੋਂ ਨਿਕਲੀ ਹੈ, ਫਿਰ ਅਸੀਂ ਕਿਸੇ ਇਸ ਕਿਸਮ ਦੇ ਜਿਹੜੇ ਚਾਪਲੂਸੀ ਔਰ ਦੂਸਰੀ ਪਸੰਦ ਕਰਦੇ ਨੇ, ਅਸੀਂ ਉਹਨਾਂ ਦੀ ਕੈਟਾਗਰੀ 'ਚ ਖਲੋਣ ਵਾਲੇ ਨਹੀਂ ਹੈ। ਸੋ ਜੇ ਸਾਨੂੰ ਇਸ ਗੱਲ ਦੇ ਉੱਤੇ ਫਖਰ ਹੈ ਔਰ ਅਸੀਂ ਟੇਕ ਵੀ ਜਿਹੜੀ ਹੈ ਉਹ ਆਪਣੇ ਕਿਰਤੀ ਵੀਰਾਂ ਭੈਣਾਂ 'ਤੇ ਰੱਖੀ ਹੈ, ਆਪਣੇ ਗੁਰਸਿੱਖ ਵੀਰਾਂ ਭੈਣਾਂ 'ਤੇ, ਜਿਨ੍ਹਾਂ ਨੂੰ ਜਿਹੜੇ ਪੰਥ ਨੂੰ ਪਿਆਰ ਕਰਦੇ ਨੇ ਔਰ ਉਹਨਾਂ ਦੇ ਪਿਆਰ ਦਾ ਜਿਹੜਾ ਸਮੁੰਦਰ ਹੈ ਉਹ ਨਜ਼ਰ ਆਉਂਦਾ ਜਦੋਂ ਅਸੀਂ ਪੈਰੇਡਸ ਦੇ ਉੱਤੇ ਜਾਂ ਸੰਗਤ ਦੇ ਵਿੱਚ ਜਾਂਦੇ। ਔਰ ਅਸੀਂ ਵੀਰ ਭੁਪਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਹ ਅਪੀਲ ਕੀਤੀ ਹੈ, ਉਹਨਾਂ ਨੇ ਹੋਰ ਕੋਈ ਮੈਸੇਜ ਦੇਣ ਦੀ ਥਾਂ ਕਿ ਭਾਈ TV 84 ਦੇ ਨਾਲ ਖਲੋਵੋ। ਕਿਉਂਕਿ ਅਸੀਂ ਨਿਊਯਾਰਕ ਸਿੱਖ ਡੇ ਪੈਰੇਡ 34ਵੀਂ ਉਸ ਦੀ ਲਾਈਵ ਕਵਰੇਜ ਕੀਤੀ ਹੈ। ਬਹੁਤ ਸਾਰੇ ਸਾਡੇ ਵਿਊਅਰਸ ਨੇ ਲਾਈਵ 2 ਪਾਰਟਸ ਦੇ ਵਿੱਚ ਦੇਖਿਆ। ਇੱਕ ਪੈਰੇਡ ਜਦੋਂ ਸ਼ੁਰੂ ਹੁੰਦੀ ਹੈ ਉਦੋਂ ਜਿੱਥੇ ਆ ਕੇ ਮੁੱਕਦੀ ਹੈ, ਇੱਕ ਸੈਗਮੈਂਟ ਉਹ ਸੀ, ਔਰ ਦੂਸਰਾ ਜਿਹੜੀ ਸਟੇਜ ਦੀ ਕਾਰਵਾਈ ਹੁੰਦੀ ਹੈ। ਔਰ ਇਹ ਵੀ ਜਿਹੜੇ ਬਹੁਤ ਸਾਰੀਆਂ ਆਪਣੇ ਸਪਾਂਸਰ ਦੇਣ ਵਾਲੇ ਨੇ ਦੂਜਿਆਂ ਨੂੰ, ਦੂਜੇ ਚੈਨਲਾਂ ਨੂੰ, ਉਹ ਤੁਹਾਨੂੰ ਰਾਹ 'ਚ ਤਾਂ ਦਿਖਣਗੇ ਔਰ ਉਹ ਵੀ ਉਹਨਾਂ ਦਾ ਯਤਨ ਹੁੰਦਾ ਹੈ ਕਿ ਜਿੱਥੇ ਖਾਲਿਸਤਾਨ ਦੀ ਗੱਲ ਫਲੋਟ ਉਹਨੂੰ ਇਗਨੋਰ ਕਰੋ। ਪਰ ਜਦੋਂ ਤੱਕ ਅਸੀਂ ਸਟੇਜ ਦੇ ਉੱਤੇ ਪਹੁੰਚਦੇ ਹਾਂ, ਸਿਰਫ ਇਕੱਲਾ TV 84 ਚੈਨਲ ਸੀ ਜਿਹੜਾ ਉਹਨੂੰ ਉੱਥੋਂ ਲਾਈਵ ਕਵਰ ਕਰ ਰਿਹਾ ਸੀ, ਕਿਉਂਕਿ ਉਹਨਾਂ ਦੇ ਜਿਹੜੇ ਆਕਾ ਨੇ, ਜਿਨ੍ਹਾਂ ਨੇ ਅੱਗੋਂ ਆਪਣੇ ਆਕਾਵਾਂ ਨੂੰ ਜਿਹੜਾ ਹਾਜ਼ਰੀ ਦੇਣੀ ਹੈ, ਉਹਨਾਂ ਨੂੰ ਇਹ ਸ਼ੂਟ ਨਹੀਂ ਕਰਦਾ ਹੁੰਦਾ ਕਿ ਭਾਈ ਉਹਨਾਂ ਨੇ ਖਾਲਿਸਤਾਨ ਦੀ ਗੱਲ ਦਿਖਾਣੀ ਹੈ ਰਾਹ 'ਚੋਂ ਵੀ, ਕਿਉਂਕਿ ਕਈ ਵਾਰ ਉਹਨਾਂ ਦੀ ਮਜਬੂਰੀ ਤਾਂ ਬਣ ਜਾਂਦਾ ਹੈ। ਇਸ ਵਾਰ ਦੀ ਪੈਰੇਡ 'ਚ ਸ਼ੁਰੂ ਤੋਂ ਅਖੀਰ ਤੱਕ ਇੰਨੇ ਕੁ ਖਾਲਿਸਤਾਨ ਦੇ ਝੰਡੇ ਸੀ ਕਿ ਉਹਨਾਂ ਨੂੰ ਖੱਬਿਓਂ ਦਿਖਾਓ, ਸੱਜਿਓਂ ਦਿਖਾਓ, ਪਿੱਛੋਂ ਦਿਖਾਓ, ਅੱਗੋਂ ਦਿਖਾਓ, ਉਹ ਝੰਡੇ ਤਾਂ ਨਜ਼ਰ ਆਉਣੇ ਹੀ ਨੇ। ਪਰ ਉਹਨੂੰ ਵੀ ਫਰਦਰ ਕਿਵੇਂ ਉਹ ਐਡਿਟ ਕਰਦੇ ਨੇ, ਕਿਵੇਂ ਕਾਰਨਰ ਮਾਰਦੇ ਨੇ, ਕਿਵੇਂ, ਮੈਂ ਉਹਨਾਂ ਚੈਨਲ ਦੇ ਨਾਂ ਨਹੀਂ ਲੈਣਾ ਚਾਹੁੰਦਾ, 3-4 ਪ੍ਰੋਮੀਨੈਂਟਲੀ ਜਿਹੜੇ ਸਿੱਖਾਂ ਦੇ ਵਿੱਚ ਵੜੇ ਹੋਏ ਨੇ, ਉਹ ਸਾਨੂੰ ਦੇਖਦੇ ਹੀ ਜਿਵੇਂ ਉਹ ਐ ਘੁੰਮ ਜਾਂਦੇ ਨੇ ਜਿਵੇਂ ਉਹਨਾਂ ਨੇ ਅੰਨੇ ਹੋ ਜਾਣਾ ਜੇ ਕਿਤੇ ਸਾਹਮਣੇ ਅੱਖਾਂ 'ਚ ਅੱਖਾਂ ਪੈ ਗਈਆਂ। ਬਾਈਟ ਲੈਣੀ ਜਾਂ ਦੂਜੀ ਤਾਂ ਦੂਰ ਦੀ ਗੱਲ ਹੈ। ਔਰ ਉਹਨਾਂ ਕੋਲ ਜਾ ਕੇ ਉਹ ਜਿਸ ਕਿਸਮ ਦੇ ਲੋਕ ਉਹਨਾਂ ਨੂੰ ਸ਼ੂਟ ਕਰਦੇ ਨੇ, ਉਸ ਕਿਸਮ ਦੀਆਂ ਹੀ ਉਹ ਗੱਲਾਂ ਕਰਦੇ ਨੇ ਔਰ ਉਸ ਕਿਸਮ ਦਾ ਹੀ ਉਹਨਾਂ ਦਾ ਪ੍ਰੋਪੇਗੈਂਡਾ ਹੁੰਦਾ। ਪਰ ਅਗੇਨ, ਜਿਵੇਂ ਅਸੀਂ ਰਿਪੀਟਡਲੀ ਕੱਲ੍ਹ ਦੀਆਂ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਵੀ ਕਿਹਾ ਔਰ ਇਹ ਇੱਕ ਹਕੀਕਤ ਹੈ ਕਿ ਇਹ ਨਿਊਯਾਰਕ ਦੀ ਸਿੱਖ ਡੇ ਪੈਰੇਡ 34th ਔਰ ਇਸ ਦੀ ਹਿਸਟਰੀ ਅਨਮੋਸਟ ਨੋਨ ਹੈ ਹੁਣ ਕਿ ਜੂਨ 84 'ਚ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਹੁੰਦਾ। ਉਸ ਤੋਂ ਫੌਰਨ ਬਾਅਦ, ਕਿਉਂਕਿ ਜਿਹੜਾ 15 ਅਗਸਤ ਦਾ ਦਿਨ ਹੈ ਉਹ ਇੰਡੀਆ ਡੇ ਪੈਰੇਡ ਦਾ ਦਿਨ ਹੁੰਦਾ ਔਰ ਕਾਫੀ ਦੇਰ ਤੋਂ, ਸ਼ਾਇਦ 70s ਤੋਂ ਹੀ ਉਹ ਪੈਰੇਡ ਚੱਲਦੀ ਹੋਏਗੀ। ਔਰ 15 ਅਗਸਤ 1984 ਉਸ ਤੋਂ ਆਲਮੋਸਟ 2 ਮਹੀਨੇ ਬਾਅਦ ਆਇਆ। ਔਰ ਪਹਿਲਾਂ ਜਦੋਂ ਤੱਕ ਇਹ ਹਮਲਾ ਨਹੀਂ ਸੀ ਹੋਇਆ, 83 ਤੱਕ ਸਿੱਖ ਤਾਂ ਸਭ ਤੋਂ ਅੱਗੇ ਪੈਰੇਡ 'ਤੇ ਭੰਗੜੇ ਪਾਉਂਦੇ ਜਾਂਦੇ ਹੋਣੇ ਨੇ, ਕਿਉਂਕਿ ਭਾਰਤ ਉਹਨਾਂ ਨੂੰ ਆਪਣਾ ਮੁਲਕ ਲੱਗਦਾ ਸੀ। ਔਰ ਦੂਸਰਾ, ਔਰ ਉਹ ਇਹ ਪੀਰੀਅਡ ਸੀ ਕਿ ਈਵਨ ਇੰਦਰਾ ਗਾਂਧੀ 1982 ਜਾਂ 83 ਦੇ ਵਿੱਚ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਆਈ, ਉਹਨੂੰ ਆਨਰ ਕੀਤਾ ਗਿਆ ਸੀ। ਇਹ ਇੱਕ ਆਮ, ਜਦੋਂ ਤੱਕ ਜੂਨ 84 ਤੋਂ ਪਹਿਲਾਂ ਕਿਸ ਕਿਸਮ ਦੇ ਰਿਲੇਸ਼ਨ ਸੀ ਬਹੁਤੇ ਸਮਝ ਵੀ ਨਹੀਂ ਸਕਦੇ। ਜਿਹੜਾ ਵੀ ਐਂਬੈਸਡਰ ਆ ਕੇ ਜੁਆਇਨ ਕਰਦਾ ਸੀ ਅਮਰੀਕਾ ਜਾਂ ਕਿਸੇ ਮੁਲਕ 'ਚ, ਪਹਿਲੀ ਵਿਜ਼ਿਟ ਉਹਦੀ ਗੁਰਦੁਆਰੇ 'ਚ ਹੁੰਦੀ ਸੀ ਔਰ ਗੁਰਦੁਆਰੇ ਵੈਲਕਮਿੰਗ ਸੀ, ਕਿਉਂਕਿ ਉਦੋਂ ਸਿੱਖਾਂ ਨੂੰ ਕਦੇ ਇਹ ਥੋੜ੍ਹੀ ਲੱਗਾ ਸੀ ਕਿ ਵੀ ਇਹ ਭਾਰਤ ਦੇ ਜਿਹੜਾ ਉਹ ਅਲਟੀਮੇਟਲੀ ਸਾਡੀ ਜਿਹੜੀ ਮੁਲਕ ਦੇ ਨਾਲ ਵਫਾਦਾਰੀ ਹੈ ਉਸ ਦਾ ਮੁੱਲ ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਹੀ ਦੇਣਾ। ਸੋ ਸਿੱਖ ਨੌਜਵਾਨ, ਕਿਉਂਕਿ 84 ਤੋਂ ਬਾਅਦ ਤਾਂ ਹੁਣ ਬਹੁਤ ਸਾਰਿਆਂ ਦੇ ਲਈ ਅਸਾਈਲਮ ਰਾਹੀਂ ਇੱਥੇ ਪੱਕੇ ਹੋਣਾ ਸੌਖਾ ਹੋ ਗਿਆ। ਬਹੁਤ ਸਾਰੇ ਜਿਹੜੇ ਨੂੰ ਸਮਝਦੇ ਹੀ ਨਹੀਂ ਨੇ ਕਿ ਇਹ ਜਿਹੜੀ ਅੱਜ ਅਸਾਈਲਮ
ਵਕੀਲ ਨੂੰ 5-10 ਹਜ਼ਾਰ ਡਾਲਰ ਦੇ ਕੇ ਮਿਲ ਜਾਂਦੀ ਹੈ। ਇਹਦੇ ਥੱਲੇ ਕਿੰਨੇ ਹਜ਼ਾਰਾਂ ਦਾ ਖੂਨ ਡੁੱਲਿਆ ਹੋਇਆ। ਪਰ 84 ਤੱਕ ਦਾ ਪੀਰੀਅਡ ਉਹ ਸੀ ਜਿਹੜੇ ਇੱਥੇ ਬਹੁਤ ਸਾਰੇ ਆਏ ਵੀ ਸਾਨੂੰ ਇਲੀਗਲ ਸਨ, ਔਰ ਦੂਸਰੇ ਤੌਰ ਤਰੀਕੇ ਕਈ ਸਾਲ ਜਿੱਥੇ ਇਕੱਠੇ ਵੀ ਰਹਿੰਦੇ ਸੀ 20 25 ਪਤਾ ਨਹੀਂ ਇਮੀਗ੍ਰੇਸ਼ਨ ਨੇ ਕਦੋਂ ਰਾਤ ਨੂੰ ਰੇਡ ਕਰਨਾ, ਬਹੁਤਿਆਂ ਨੇ ਦੌੜ ਜਾਣਾ, ਕੋਈ ਸਰਵਾਈਵ ਕਰਨਾ। ਸੋ ਉਸ ਕਿਸਮ ਦੇ ਨੌਜਵਾਨ ਜਿਹੜੇ ਨੇ ਜਿਨ੍ਹਾਂ ਦਾ ਆਪਣਾ ਫਿਊਚਰ ਨਹੀਂ ਸੀ, ਬਹੁਤ ਸਾਰੇ ਜਿਹੜੇ ਨੇ ਉਹਨਾਂ ਹਾਲਾਤਾਂ 'ਚ ਸੀ, ਉਹ ਅੰਦਰੋਂ ਅੰਦਰ ਉਹਨਾਂ ਦੇ ਅੰਦਰ ਅੱਗ ਦੇ ਭਾਂਬੜ ਮਚੇ ਹੋਏ ਸੀ ਕਿ ਵੀ ਇਹ ਜੋ ਇਹਨਾਂ ਨੇ ਸਾਡੇ ਨਾਲ ਕੀਤਾ ਇਸ ਦਾ ਅਸੀਂ ਕਿਵੇਂ ਜਵਾਬ ਦਈਏ। ਬਿਲਕੁਲ। ਔਰ ਉਹਨਾਂ ਨੇ ਜਿਹੜਾ ਇਹ ਮਨ ਬਣਾ ਲਿਆ ਕਿ ਬਿਨਾਂ ਕਿਸੇ ਨਾਲ ਇਹ ਗੱਲ ਨੂੰ ਪਬਲਿਕ ਨਹੀਂ ਕੀਤਾ ਗਿਆ। ਬਹੁਤ ਸਾਰੇ ਨੌਜਵਾਨਾਂ ਨੇ ਆਪਣੇ ਤੌਰ ਤੇ ਕਿ ਇਹਦਾ ਜਵਾਬ ਅਸੀਂ 15 ਅਗਸਤ 1984 ਨੂੰ ਦਿਆਂਗੇ ਨਿਊਯਾਰਕ ਦੇ ਇੰਡੀਆ ਡੇ ਪੈਰੇਡ ਦੇ ਮੌਕੇ। ਤਾਂ ਉਹਨਾਂ ਨੇ ਬੜੇ ਹੀ ਪਲਾਨਡ ਤਰੀਕੇ ਦੇ ਨਾਲ ਜਿਹੜਾ ਜੋ ਹੀ ਪੈਰੇਡ ਉੱਥੋਂ ਨਿਕਲ ਕੇ ਐਨ ਹਾਰਟ ਆਫ ਦਾ ਸਿਟੀ ਆਈ, ਨੌਜਵਾਨਾਂ ਨੇ ਉਵੇਂ ਹੀ ਜਿਵੇਂ ਜਦੋਂ ਅਸੀਂ ਸਿੰਘੂ ਤੋਂ ਸ਼ੰਭੂ ਤੱਕ ਕਹਿੰਦੇ ਹਾਂ ਕਿ ਕਿਵੇਂ ਸਰਕਾਰਾਂ ਦੇ ਰੱਖੇ ਹੋਏ ਜਿਹੜੇ ਕਰੇਨਾਂ ਨਾਲ ਰੱਖੇ ਪੱਥਰ ਸੀ ਹੱਥਾਂ ਨਾਲ ਚੁੱਕੇ, ਜਿਵੇਂ ਉਹਨਾਂ ਨੇ ਸਾਰੇ ਫਲੋਟ ਉਲਟਾਏ, ਕਿਤੇ ਭਾਰਤ ਮਾਤਾ ਕਿਤੇ ਹੈ ਤੇ ਉਹਨਾਂ ਦੇ ਦੂਜੇ ਕਿਤੇ ਨੇ ਹਾਹਾਕਾਰ ਮਚੀ, ਉਹਨਾਂ ਦੇ ਚੀਕਾਂ ਮਾਰਦੇ, ਉਹਨਾਂ ਦੇ ਗੁਜਰਾਤੀ ਆਂਧਰਾਈਟ ਕੋਈ ਲੁਕ ਰਹੇ ਨੇ, ਕੋਈ ਛੁਪ ਰਹੇ ਨੇ, ਕੋਈ ਥੱਲੇ ਵੜ ਰਹੇ ਨੇ, ਸਾਰੇ ਉਲਟਾ ਕਰ ਫੌਰਨ ਮਤਲਬ ਈਵਨ ਨਿਊਯਾਰਕ ਪੁਲਿਸ ਉਹਦੇ ਲਈ ਤਿਆਰ ਨਹੀਂ ਸੀ। ਹੈਲੀਕਾਪਟਰ ਆ ਗਏ ਉੱਪਰ ਔਰ ਦੂਜੀ ਸਵੇਰ ਮਿਸ਼ਨ ਸ਼ੁਰੂ ਹੋ ਗਿਆ ਔਰ ਉਹਨਾਂ ਨੇ ਅੱਗੇ ਤੋਂ ਪਿੱਛੇ ਤੱਕ ਵਾਕੀ ਟਾਕੀਜ਼ ਵੀ ਉਹਨਾਂ ਦੇ ਨੌਜਵਾਨਾਂ ਕੋਲ ਕਿ ਕਿਹੜਾ ਉਲਟਿਆ ਫਲੋਟ ਕੀ, ਉਹ ਵਿੱਚ ਹੀ ਉਹਨਾਂ ਨੇ ਸਾਰਾ ਕੰਮ ਮੁਕਾ ਦਿੱਤਾ। ਹਾਲਾਂਕਿ ਉਸ ਤੋਂ ਵਿਚਾਰਿਆਂ ਬਹੁਤਿਆਂ ਨੇ ਸਫ਼ਰ ਕੀਤਾ ਔਰ ਬਾਅਦ ਦੇ ਵਿੱਚ ਇੱਕ ਉਹਨਾਂ ਦੇ ਵਿੱਚ ਐਜੂਕੇਟਿਡ ਡਾਕਟਰ ਗੁਰਪ੍ਰਤਾਪ ਸਿੰਘ ਵਿਰਕ ਜਿਹੜੇ ਬੇਸ਼ੱਕ ਯੂਕੇ ਦੇ ਸਿਟੀਜ਼ਨ ਸੀ, ਉਹਨਾਂ ਨੇ ਵੀ ਉਹਦੇ 'ਚ ਹਿੱਸਾ ਲਿਆ ਸੀ। ਬਾਅਦ ਤੋਂ ਇੱਕ ਦੋ ਐਕਸ਼ਨ ਹੋਰ ਵੀ ਹੋਏ, ਉਹਨਾਂ ਨੂੰ ਐਕਸਟ੍ਰਾਡਾਈਟ ਕਰਕੇ ਵਾਪਸ ਭੇਜ ਦਿੱਤਾ ਗਿਆ ਸੀ। ਹੋਰ ਵੀ ਨੌਜਵਾਨ ਕੁਛ ਨੇ ਜਿਹੜਾ ਹੈ ਉਹ ਸ਼ਾਇਦ ਸਜ਼ਾਵਾਂ ਵੀ ਹੋਈਆਂ, ਕੋਈ ਬਹੁਤੇ ਜਿਹੜੇ ਨੇ ਉਹ ਨਿਕਲ ਗਏ ਕਿਉਂਕਿ ਆਈਡੈਂਟੀਟੀ ਆਈਡੀ ਤਾਂ ਹੈ ਹੀ ਨਹੀਂ ਸੀ ਕਿਸੇ ਦੀ, ਉਹਨਾਂ ਨੇ ਵੀ ਆਪਣਾ ਪੂਰਾ ਰੱਖਿਆ ਸੀ ਵੀ ਬਚ ਕੇ ਕਿਵੇਂ ਨਿਕਲਣਾ, ਭਾਈ ਕਾਗਜ਼ ਪੱਤਰ ਤਾਂ ਕੋਈ ਨਹੀਂ ਨੇ। ਸੋ ਇਹ ਇੱਕ ਬੜਾ ਮੇਜਰ ਪਾਰਟ ਸੀ ਔਰ ਮੈਸੇਜ ਇਹ ਸੀ ਕਿ ਵੀ ਅਸੀਂ ਨੋ ਮੋਰ ਵਿਦ ਹਿੰਦੂ ਇੰਡੀਆ, ਹੁਣ ਸਾਡਾ ਆਪਣਾ ਮੁਲਕ ਹੋਏਗਾ। ਸੋ ਉਸ ਸਾਰੇ ਤੋਂ ਨਿਕਲ ਕੇ ਇੱਕ ਅੱਧਾ ਸਾਲ 85 ਦਾ ਲੰਘ ਗਿਆ ਜਦੋਂ ਕਿ ਪਰਮਿਟਸ ਦੂਜੇ ਤੀਜੇ ਲੈਣੇ, ਕਿਉਂਕਿ ਰਿਚਮੰਡ ਹਿਲ 'ਚ ਵੀ ਫਿਰ ਜਿਹੜੇ ਇੰਡੀਆ ਪੱਖੀ ਸੀ ਉਹਨਾਂ ਦੀ ਸਫਾਈ ਹੋਈ। 1986 ਤੱਕ ਪਹੁੰਚਦੇ ਆ ਫਿਰ ਸਿੱਖ ਡੇ ਪੈਰੇਡ ਦਾ ਆਗਾਜ਼ ਹੋਇਆ, ਉਹਦੀ ਸ਼ੁਰੂਆਤ ਹੋਈ। ਔਰ ਅਦਰਵਾਈਜ਼ ਤਾਂ 36ਵੀਂ ਹੋਣੀ ਚਾਹੀਦੀ ਹੈ ਪੈਰੇਡ, ਪਰ ਕਿਉਂਕਿ 2 ਵਰੇ ਕੋਵਿਡ ਦੇ ਚੱਲਦੇ ਆ ਪੈਰੇਡ ਨਹੀਂ ਹੋਈ, ਇਸ ਲਈ 34ਵੀਂ। ਔਰ ਇਨ ਬਿਟਵੀਨ ਇੰਡੀਅਨ ਸਿਸਟਮ, ਕਿਉਂਕਿ ਨਿਊਯਾਰਕ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਫਿਰ ਮੈਨਹਟਨ ਦੀ ਗੱਲ ਕਰਦੇ ਹਾਂ, ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਸਾਰੀਆਂ ਪੈਰੇਡਸ ਇੱਥੇ ਨੇਸ਼ਨਸ ਵੱਲੋਂ ਸਪਾਂਸਰ ਹੁੰਦੀਆਂ ਨੇ ਜਾਂ ਵੱਡੇ ਕੋਈ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਜਾਂ ਦੂਜੇ ਜਿਹੜੀ ਇੱਕ ਸ਼ਾਇਦ ਕਿਹੜੇ ਕੱਪੜਿਆਂ ਇੱਕ ਹੈ ਅਦਾਰਾ ਜਿਨ੍ਹਾਂ ਦੀ ਖਾਸ ਪੈਰੇਡ ਹੁੰਦੀ ਹੈ, ਬਟ ਮੋਸਟਲੀ ਨੇਸ਼ਨਸ ਦੀ। ਔਰ ਇੰਡੀਆ ਪਾਕਿਸਤਾਨ ਡੇ ਪੈਰੇਡ ਵੀ ਹੁੰਦੀ ਹੈ, ਪਾਕਿਸਤਾਨ ਡੇ 14 ਨੂੰ ਹੁੰਦੀ ਹੈ। ਸੋ ਸਿੱਖਾਂ ਦਾ ਆਪਣਾ ਜਿਹੜੀ ਹੈ ਸਿੱਖ ਡੇ ਪੈਰੇਡ ਦਾ ਮਤਲਬ ਇੱਕ ਜ਼ਾਹਰ ਸੀ ਕਿ ਬਿਨਾਂ ਜਿਹੜਾ ਕਿਸੇ ਨੇਸ਼ਨ ਦੀ ਸਪੋਰਟ ਦੇ, ਔਰ ਇਹੀ ਨਹੀਂ ਵੀ ਪੈਰੇਡ ਸਭ ਤੋਂ ਐਕਸਪੈਂਸਿਵ ਪੈਰੇਡ ਹੁੰਦੀ ਹੈ। ਐਕਸਪੈਂਸਿਵ ਇਸ ਲਈ ਕਿ $1 ਲੱਖ ਦੇ ਕਰੀਬ ਤਾਂ ਸਿਕਿਉਰਿਟੀ ਔਰ ਦੂਸਰਿਆਂ ਦੇ ਖਰਚੇ ਹੁੰਦੇ ਨੇ, ਔਰ ਇਹ ਈਜ਼ੀ ਨਹੀਂ ਹੈ ਕਿ ਵੀ ਤੁਸੀਂ ਕਿਵੇਂ, ਜਦੋਂ ਹੁਣ ਤਾਂ ਚਲੋ ਗਿਣਤੀ ਆਬਾਦੀ ਬਹੁਤ ਵੱਧ ਗਈ, ਜੇ ਅਸੀਂ ਉਸ ਪੀਰੀਅਡ ਦੀ ਗੱਲ ਕਰਦੇ ਹਾਂ ਕਿ ਕਿਵੇਂ ਉਹਨਾਂ ਨੇ ਉਹਦੀ ਸ਼ੁਰੂਆਤ ਕੀਤੀ। ਔਰ ਉਸ ਦੀ ਜਿਹੜੀ ਹੱਬ ਹੈ ਉਹ ਖਾਲਿਸਤਾਨ ਦੇ ਦੁਆਲੇ ਜਿਹੜੀ ਹੈ ਉਹ ਰਹੀ। ਵਿਚਾਲੇ ਯਤਨ ਰਹੇ, 1-2 ਵਾਰ 92-93 'ਚ ਇੱਕ ਇਸ ਕਿਸਮ ਦੀ ਟੀਮ ਰਿਚਮੰਡ 'ਚ ਆਈ ਨੇ ਜੀ ਸਾਡਾ ਕਲਚਰ ਵੀ ਹੋਣਾ ਚਾਹੀਦਾ ਹੈ, ਸਾਡਾ ਫਲਾਣਾ ਵੀ ਹੋਣਾ ਚਾਹੀਦਾ। ਔਰ ਉਦੋਂ ਭੰਗੜੇ ਗਿੱਧੇ ਦੇ ਫਲੋਟ ਵੀ ਉਹਨਾਂ ਨੇ 1-2 ਨਾਲ ਲਾ ਲਏ। ਔਰ ਮੈਂ ਕੱਲ੍ਹ ਹੀ ਡਾਕਟਰ ਰਣਜੀਤ ਸਿੰਘ ਨਾਲ ਗੱਲ ਕਰ ਰਿਹਾ ਸੀ, ਉਹ ਡੈਲਸ ਗਏ ਹੋਏ ਨੇ। ਮੈਂ ਕਿਹਾ ਯਾਦ ਹੈ ਵੀ ਹੁਣ ਇੱਕ ਪਾਸੇ ਪ੍ਰੈਸ਼ਰ ਸੀ ਇੱਥੇ ਕਿ ਜਿਹੜਾ 92-93 ਪੀਰੀਅਡ ਦੀ ਗੱਲ ਹੈ ਕਿ ਉੱਥੇ ਪੰਜਾਬ ਦੇ ਵਿੱਚ ਕਿਲਿੰਗਸ ਹੋ ਰਹੀਆਂ ਸੀ ਬਹੁਤ ਜ਼ਿਆਦਾ। ਔਰ ਭੰਗੜੇ ਗਿੱਧੇ ਦਾ ਵੀ ਜਿਹੜੀ ਵੀ ਕਮੇਟੀ ਇੱਥੇ ਆਈ ਉਹਨਾਂ ਨੇ ਉਹ ਵੀ ਫਲੋਟ ਪੂਰਾ ਜਿੱਦ ਕਰਕੇ ਜੀ ਇਹ ਵੀ ਸਾਡਾ ਕਲਚਰ ਹੈ, ਹੋਣਾ ਚਾਹੀਦਾ। ਪਰ ਦੂਜਾ ਪ੍ਰੈਸ਼ਰ ਹੋਇਆ ਜੀ ਚਲੋ ਅਸੀਂ ਇਹ ਪੈਰੇਡ ਜਿਹੜੀ ਹੈ ਇਹ ਹਿਊਮਨ ਰਾਈਟਸ ਨੂੰ ਐਟਰੀਬਿਊਟ ਕਰਦੇ ਹਾਂ। ਹੁਣ ਤੁਸੀਂ ਦੇਖੋ ਵੀ ਜਦੋਂ ਤੁਸੀਂ ਆਪਣੇ ਕੌਜ਼ ਤੋਂ ਹਟਦੇ ਹੋ ਜਾਂ ਕੋਈ ਦੁਬਿਧਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਹੁਣ ਨਿਊਯਾਰਕ ਟਾਈਮਸ ਕਿਉਂਕਿ ਉਹ ਪੀਰੀਅਡ ਸੀ ਪੰਜਾਬ ਹੌਟ ਨਿਊਜ਼ ਦੇ ਵਿੱਚ ਸੀ,
ਨਿਊਯਾਰਕ ਟਾਈਮਸ ਵਾਲੇ ਵੀ ਕਵਰ ਕਰਨ ਆਏ। ਹੁਣ ਜ਼ਾਹਰ ਹੈ ਵੀ ਇਹ ਜਿਹੜੇ ਭੰਗੜੇ ਗਿੱਧੇ ਦੇ ਕਲਰਫੁਲ ਜਿਹੇ ਕੱਪੜੇ ਇੱਧਰ ਉੱਧਰ ਉਹ ਇਹਨਾਂ ਨੂੰ ਜ਼ਿਆਦਾ ਜਿਹੜੇ ਨੇ ਉਹ ਅਪੀਲ ਕਰਦੇ ਨੇ। ਸੋ ਉਹਨਾਂ ਨੇ ਨੈਕਸਟ ਡੇ ਨਿਊਯਾਰਕ ਟਾਈਮਸ ਦੇ ਵਿੱਚ ਇੱਕ ਉਹ ਜਿਹੜੀ ਭੰਗੜੇ ਵਾਲੇ ਫਲੋਟ ਦੀ ਪਿਕਚਰ ਲਾ ਕੇ ਤੇ ਉਹਨਾਂ ਦੇ ਕੋਲ ਪ੍ਰੈਸ ਰਿਲੀਜ਼ ਵੀ ਸੀ ਕਿ ਵੀ ਇਹ ਜਿਹੜੀ ਪੈਰੇਡ ਹੈ ਹਿਊਮਨ ਰਾਈਟਸ ਨੂੰ ਐਟਰੀਬਿਊਟਡ ਹੈ। ਸੋ ਉਹਨਾਂ ਨੇ ਹੈਡਲਾਈਨ ਲਾਈ 6 ਡਾਂਸਿੰਗ ਫਾਰ ਹਿਊਮਨ ਰਾਈਟਸ। ਸੋ ਉਹ ਚੰਗਾ ਜਲੂਸ ਨਿਕਲਿਆ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਜਿਹੜੇ ਇਸ ਕਿਸਮ ਦੇ ਸੀ ਮਕਸਦ ਇਹੀ ਸੀ ਕਲਚਰ ਦੇ ਨਾਂ ਥੱਲੇ ਤੁਸੀਂ ਖਾਲਿਸਤਾਨ ਦੇ ਮੈਸੇਜ ਨੂੰ ਡਿਲੂਟ ਕਰੋ। ਪਰ ਉਹ ਹੌਲੀ ਹੌਲੀ ਨਿਕਲਦੇ ਆ। ਫਿਰ ਮੈਂ ਸਮਝਦਾ ਕਿ ਵੀ ਇਹਦੇ ਬਾਵਜੂਦ ਕਿ ਰਿਚਮੰਡ ਹਿੱਲ 'ਚ ਆਪਣੀ ਕਿਸਮ ਦੀ ਧੜੇਬਾਜ਼ੀ ਹੁੰਦੀ ਹੈ, ਚੋਣਾਂ ਵੀ ਹੁੰਦੀਆਂ ਨੇ, ਪ੍ਰੋਪਰ ਵੋਟਾਂ ਦਾ ਜਾਂ ਦੂਸਰਾ ਸਿਸਟਮ ਹੈ, ਪਰ ਉੱਥੇ ਕੋਈ ਵੀ ਸੈਟਅਪ ਆਏ ਔਰ ਕੱਲਾ ਰਿਚਮੰਡ ਹਿੱਲ ਨਹੀਂ, ਕਿਉਂਕਿ ਇਹ ਪੈਰੇਡ ਜਦੋਂ ਸ਼ੁਰੂ ਹੋਈ ਤਾਂ ਟਰਾਈ ਸਟੇਟ ਦੇ ਸਿੱਖ ਇਨਵੋਲਵ ਸੀ ਰਾਦਰ ਇਸ ਪਰੇਡ ਸ਼ਾਮਲ ਹੋਣ ਲਈ। ਅਮਰੀਕਾ ਦੇ ਵਿੱਚ 80s ਕਿੰਨੇ ਕੁ ਗੁਰਦੁਆਰੇ ਸੀ, ਸਾਰੇ ਹੀ ਉਹ ਦੂਰ ਤੱਕ ਮੈਸਾਚੂਸਟਸ ਬੋਸਟਨ ਤੋਂ ਲੈ ਕੇ ਵੈਸਟ ਕੋਸਟ ਦੇ ਵੀ ਕੁਝ ਲੋਕ ਆਉਂਦੇ ਹੋਣਗੇ। ਔਰ ਇਹ ਜਿਹੜਾ ਟਰਾਈ ਸਟੇਟ ਦੀਆਂ ਕਮੇਟੀਆਂ ਦੀ ਇਨਵੋਲਵਮੈਂਟ ਦਾ ਇਹ ਨਤੀਜਾ ਰਿਹਾ ਵੀ ਇਹ ਪੈਰੇਡ ਹੋਣ ਤੋਂ ਪਹਿਲਾਂ 2-3 ਮਹੀਨੇ ਪਹਿਲਾਂ ਸਾਰੇ ਗੁਰਦੁਆਰਿਆਂ ਦੀਆਂ ਮੀਟਿੰਗਸ ਹੁੰਦੀਆਂ ਨੇ, ਇੱਕ ਡੈਕੋਰਮ ਤੈਅ ਕੀਤਾ ਜਾਂਦਾ ਹੈ, ਫਲੋਟ ਜਿਹੜੇ ਕਿ ਹਜ਼ਾਰਾਂ ਡਾਲਰਾਂ ਦੇ ਖਰਚ ਦੇ ਉੱਤੇ ਬਣਾਏ ਜਾਂਦੇ ਨੇ, ਹਰ ਇੱਕ ਨੂੰ ਉਹਦਾ ਸਪੇਸ ਦਿੱਤਾ ਜਾਂਦਾ ਹੈ। ਸੋ ਇਹ ਆਲਮੋਸਟ ਜੇ ਅਸੀਂ ਹੁਣ 34 ਸਾਲਾਂ ਬਾਅਦ ਗੱਲ ਕਰ ਰਹੇ ਹਾਂ ਔਰ ਇੱਕ ਆਰਡਰ ਨਜ਼ਰ ਆਉਂਦਾ ਹੈ ਕਿ ਭਾਈ ਫਿਰ ਕਿਉਂਕਿ ਅਮਰੀਕਾ ਦੇ ਵਿੱਚੋਂ ਸਕੂਲੀ ਬੱਚੇ ਹੋਣ, ਇਹਨਾਂ ਦੀ ਪੁਲਿਸ ਦੂਜੇ ਤੀਜੇ ਹੋਏ, ਉਹਨਾਂ ਨੂੰ ਵੀ ਇਹ ਆਨਰ ਹੁੰਦਾ ਹੈ ਕਿ ਜੀ ਅਸੀਂ ਆਪਣੇ ਬੈਂਡ ਲੈ ਕੇ ਆਵਾਂਗੇ। ਸੋ ਇਸ ਵਾਰ ਵੀ ਬੈਂਡਸ ਦਾ ਜਲਵਾ ਸੀ ਐਤਕੀ, ਹਾਲਾਂ ਸਕੂਲੀ ਬੈਂਡ ਘੱਟ ਸੀ ਕਿਉਂਕਿ ਅਜੇ ਕੋਵਿਡ ਦੇ ਚੱਲਦੇ ਆ, ਉਸ ਨਹੀਂ ਤਾਂ 6-6 7-7 ਬੈਂਡ। ਔਰ ਇਸ ਵਾਰ ਦੀ ਪੈਰੇਡ ਦੇ ਵਿੱਚ ਈਵਨ ਫੈਡਰਲ ਏਜੰਸੀਆਂ ਵੀ ਇਨਵੋਲਵ ਹੋਈਆਂ ਔਰ ਪਿਛਲੇ ਬਿਲ ਬਲੈਸੀਓ ਮੇਅਰ ਦੇ ਚੱਲਦੇ ਆ ਜਿਹੜਾ ਇਹ ਸਿੱਖ ਪੁਲਿਸਮੈਨ ਜਿਹੜੇ ਨਿਊਯਾਰਕ ਪੁਲਿਸ 'ਚ ਨੇ ਉਹਨਾਂ ਨੂੰ ਦਸਤਾਰ ਔਰ ਦਾੜੀ ਦੇ ਨਾਲ ਸਰਵ ਕਰਨ ਦਾ ਹੱਕ ਮਿਲਿਆ। ਉਹਦਾ ਨਤੀਜਾ ਇਸ ਵੇਲੇ ਜੇ ਮੈਂ ਗਲਤ ਨਾ ਹੋਵਾਂ ਤੇ 200-300 ਦੇ ਕਰੀਬ ਸਿੱਖ ਨੌਜਵਾਨ ਨਿਊਯਾਰਕ ਪੁਲਿਸ 'ਚ ਨੇ। ਇੱਥੇ ਵੀ ਅਸੀਂ ਉਹਨਾਂ ਦੀ ਪ੍ਰੈਜ਼ੈਂਸ ਦੇਖੀ ਔਰ ਉਹਨਾਂ ਦਾ ਜਿਹੜਾ ਇਹ ਆਪਣੇ ਆਪ ਦੇ ਵਿੱਚ ਸੋ ਇਸ ਸਾਰੇ ਦਾ ਜਿਹੜਾ ਪ੍ਰਭਾਵ ਅਸੀਂ ਔਰ ਇਸ ਗੱਲ ਦਾ 2 ਸਾਲ ਕੋਵਿਡ ਦੇ ਚੱਲਦੇ ਆ ਪੈਰੇਡ ਨਹੀਂ ਸੀ ਔਰ ਇਹ ਜੱਕੋ ਤੱਕੀ ਸੀ ਵੀ ਕੀ ਹੋਏਗਾ। ਲੇਕਿਨ ਇਸ ਵਾਰ ਮੈਂ ਸਮਝਦਾ ਹਾਂ ਪਿਛਲੇ ਆਲਮੋਸਟ 30-32 ਸਾਲ ਤੋਂ ਮੈਂ ਲਗਾਤਾਰਤਾ ਨਾਲ ਹਰ ਪੈਰੇਡ ਦੇ ਵਿੱਚ ਸ਼ਮੂਲੀਅਤ ਵੀ ਕੀਤੀ ਹੈ, ਉਹਨੂੰ ਐਡਰੈਸ ਵੀ ਕੀਤਾ। ਇਸ ਵਾਰ ਜਿੰਨਾ ਬੋਲਡਲੀ ਖਾਲਿਸਤਾਨ ਦਾ ਮੈਸੇਜ ਸੀ ਉਹ ਆਪਣੇ ਆਪ ਦੇ ਵਿੱਚ ਬੜੀ ਯੂਨੀਕ ਗੱਲ ਸੀ। ਖਾਲਿਸਤਾਨ ਦੇ ਝੰਡੇ ਬਿਗਨਿੰਗ ਤੋਂ ਐਂਡ ਤੱਕ ਔਰ ਪਾਰਟਿਸਿਪੇਸ਼ਨ ਕਿੱਥੇ ਇੱਕ ਪੀਰੀਅਡ ਸੀ ਸ਼ੁਰੂਆਤੀ ਪੀਰੀਅਡ ਦੇ ਵਿੱਚ ਜੇ ਕੋਈ ਕੌਂਸਲਮੈਨ ਵੀ ਇਲਾਕੇ ਦਾ ਆ ਜਾਏ ਤਾਂ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ। ਕੱਲ ਦੀ ਪੈਰੇਡ 'ਚ ਜਿੱਥੇ ਸਿੱਖ ਸੰਗਤਾਂ ਤਾਂ 4 ਚੁਫੇਰੇ ਔਰ ਇਸ ਪੈਰੇਡ ਦਾ ਹੁਣ ਰੈਪੂਟੇਸ਼ਨ ਹੈ ਕਿ ਈਵਨ ਕੁਝ ਲੋਕ ਜਿਵੇਂ ਇਟਲੀ ਤੋਂ, UK ਤੋਂ ਔਰ ਯੂਰਪ ਦੇ ਬਾਕੀ ਮੁਲਕਾਂ ਤੋਂ ਵੀ ਤੁਹਾਨੂੰ ਕੁਝ ਪਰਿਵਾਰ ਮਿਲੇ। ਈਵਨ ਜਿਹੜੇ ਨੇ ਨਾਈਜੀਰੀਆ ਤੋਂ ਇੱਕ ਫੈਮਿਲੀ ਸਾਡੇ ਨਾਲ ਸੀ, ਸਰਦਾਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਦੇ ਪਰਿਵਾਰ ਨਾਲ ਸੰਬੰਧਿਤ, ਸੋ ਉਹਨਾਂ ਲਈ ਵੀ ਪਹਿਲੀ ਵਾਰ ਸੀ ਇਸ ਪੈਰੇਡ। ਸੋ ਇਹ ਇੱਕ ਉਸ ਕਿਸਮ ਦੀ ਇੱਕ ਪੈਰੇਡ ਹੈ ਜਿਹੜੀ ਸੱਚਮੁੱਚ ਦੇਖਣ ਲਈ ਲੋਕ ਆਉਂਦੇ ਨੇ ਔਰ ਇਸ ਦਾ ਜਲਵਾ ਉਹ ਤੁਸੀਂ ਨਾਲ ਨਾਲ ਸਕਰੀਨ ਤੇ ਦੇਖ ਵੀ ਰਹੇ ਹੋ। ਜਿਨ੍ਹਾਂ ਨੇ ਉਹਨੂੰ ਲਾਈਵ ਦੇਖਣਾ ਹੈ, ਸੁਣਨਾ ਹੈ, ਉਹ ਵਾਪਸ ਕੱਲ੍ਹ ਦੇ ਪੇਜ ਤੇ ਜਾ ਸਕਦੇ ਨੇ। ਔਰ ਇਸ ਸਾਰੇ 'ਚ ਪੋਲੀਟੀਕਲ ਪ੍ਰੈਜ਼ੈਂਸ ਹੁਣ ਨਿਊਯਾਰਕ ਤੋਂ ਸੈਨੇਟਰ ਚੱਕ ਸ਼ੂਮਰ ਬੜੇ ਪਾਵਰਫੁਲ ਸੈਨੇਟਰ ਨੇ। ਇਕੱਲੇ ਉਹ ਸੈਨੇਟਰ ਹੀ ਨਹੀਂ, ਨਿਊਯਾਰਕ ਦੇ ਸੈਨੇਟ ਦੇ ਵਿੱਚ ਮੈਜੋਰਿਟੀ ਲੀਡਰ ਨੇ। ਹੁਣ ਸੈਨੇਟ ਮੈਜੋਰਿਟੀ ਲੀਡਰ ਦਾ ਮਤਲਬ ਹੈ ਕਿ ਜੇ ਅਮਰੀਕਾ 'ਚ ਤੁਸੀਂ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਪਾਵਰ ਦੇਖੋ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਔਰ ਸਪੀਕਰ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਤੋਂ ਬਾਅਦ ਜਿਹੜਾ ਉਹ ਸੈਨੇਟ ਮੈਜੋਰਿਟੀ ਲੀਡਰ ਦਾ ਰੁਤਬਾ ਹੈ। ਹੁਣ ਚੱਕ ਸ਼ੂਮਰ ਜਦੋਂ ਪੈਰੇਡ ਸ਼ੁਰੂ ਹੁੰਦੀ ਹੈ ਉਦੋਂ ਵੀ ਸ਼ਮੂਲੀਅਤ ਕਰਦੇ ਨੇ, ਪਹੁੰਚਦੇ ਨੇ ਉੱਥੇ, ਵਾਕ ਕਰਦੇ ਨੇ ਨਾਲ ਔਰ ਸਟੇਜ ਦੇ ਉੱਤੇ ਹਾਲਾਂ ਈਵਨ ਆਰਗੇਨਾਈਜ਼ਰਸ ਨੂੰ ਵੀ ਲੱਗਦਾ ਸੀ ਕਿ ਵੀ ਸਿਰਫ ਜਿਹੜਾ ਉਹ ਆ ਗਏ ਉਹਨਾਂ ਨੂੰ ਆਨਰ ਕਰਕੇ ਉਹਨਾਂ ਦੀ ਸ਼ੀਲਡ ਬਣਾਈ ਸੀ, ਦੇਖ ਉੱਥੇ ਵੀ ਆਇਆ ਔਰ ਉੱਥੇ ਜਿਹੜਾ ਉਹਨੇ ਚੱਕ ਸ਼ੂਮਰ ਨੇ ਐਡਰੈਸ ਕੀਤਾ 4-5 ਮਿੰਟ, ਮੈਂ ਸਮਝਦਾ ਵੀ ਉਹ ਹਰ ਇੱਕ ਦੇ ਦਿਲਾਂ ਨੂੰ ਖੁਸ਼ ਕਰਨ ਵਾਲਾ ਸੀ। ਉਹਨਾਂ ਨੇ ਕਿਹਾ ਵੀ ਤੁਸੀਂ ਇਹ ਕਾਊਂਟ ਕਰੋ ਵੀ ਸਿੱਖਾਂ ਦਾ ਦੋਸਤ ਸੈਨੇਟ ਦੇ ਵਿੱਚ ਬੈਠਾ ਹੈ। ਉਹਨਾਂ ਕਿਹਾ ਵੀ ਮੈਂ ਸਿੱਖਾਂ ਨੂੰ ਬਹੁਤ ਪਸੰਦ ਕਰਦਾ। ਉਹਨਾਂ ਨੇ ਨਿਊਯਾਰਕ ਨੂੰ ਬਹੁਤ ਅਮੀਰ ਬਣਾਇਆ,
ਜਿਹੜੇ ਨੇ ਉਹ ਕੰਮਕਾਰ ਲੋਕਾਂ ਨੂੰ ਦਿੱਤੇ ਨੇ। ਰੱਬ ਤੋਂ ਡਰਨ ਵਾਲੀ ਇਹ ਕੌਮ ਹੈ, ਗੋਡ ਫੀਅਰਿੰਗ। ਔਰ ਫਿਰ ਉਹਨੇ ਐਂਡ 'ਚ ਹੀਟ ਕ੍ਰਾਈਮ ਦੀ ਗੱਲ ਵੀ ਕੀਤੀ ਵੀ ਸਫਰ ਕੀਤਾ ਅਸੀਂ ਟੁਗੈਦਰ ਲੜਾਂਗੇ ਜਾਂ ਦੂਜੇ। ਸੋ ਜਦੋਂ ਔਰ ਜਿਵੇਂ ਹੁਣ ਉਹ ਬਜ਼ੁਰਗ ਹੈ ਜਿਵੇਂ ਉਹ ਪ੍ਰੈਜ਼ੈਂਟ ਕਰ ਰਿਹਾ ਸੀ, ਇਹ ਸੀ ਕਿ ਬਈ ਵੋਟਾਂ ਤਾਂ ਇਸ ਲੈਵਲ ਦੇ ਲੋਕਾਂ ਨੂੰ ਕੋਈ ਨਹੀਂ ਹੁੰਦਾ ਵੀ ਉਹਨਾਂ ਨੇ ਇੱਕ ਕੁਛ ਵੋਟਾਂ ਲੈਣ ਲਈ ਆਉਣਾ ਹੈ। ਹਾਲਾਂਕਿ ਪੋਲੀਟੀਕਲ ਪ੍ਰੈਜ਼ੈਂਸ ਤੁਹਾਡੀ ਆਪਣੀ ਥਾਂ ਹੈ, ਲੇਕਿਨ ਇਹ ਸ਼ੋਅ ਤੁਹਾਡੀ ਸਟਰੈਂਥ ਵੀ। ਜਦੋਂ ਮਾਈਟ ਪੈਰੇਡਸ ਦਾ ਜਿਵੇਂ ਮੈਂ ਅਕਸਰ ਜ਼ਿਕਰ ਕੀਤਾ ਹੈ ਕਿ ਇਹ ਕਨਸੈਪਟ ਹੀ ਤੁਹਾਡੀ ਸਟਰੈਂਥ ਚੋਂ ਨਿਕਲਿਆ ਸੀ ਕਿ ਵੀ ਸ਼ੋਅ ਆਫ ਸਟਰੈਂਥ। ਸੋ ਇਸੇ ਤਰ੍ਹਾਂ ਗਵਰਨਰ ਨਿਊਯਾਰਕ ਦੀ ਬੀਬੀ ਜਿਹੜੀ ਇੱਕ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਵੀ ਆ ਕੇ ਗਈ, ਕਿਉਂਕਿ ਇੱਕ ਅਨਫੋਰਚੂਨੇਟ ਹੇਟ ਕ੍ਰਾਈਮ ਘਟਨਾ ਉੱਪਰੋਂ ਥਲੀ ਹੋਈਆਂ ਸੀ ਜਿਹਦੇ 'ਚ ਕਿ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦੇ ਨੇੜੇ ਅਟੈਕ ਹੋਇਆ ਸੀ। ਸੋ ਉਹਦੇ ਲਈ ਵੀ। ਔਰ ਇਸੇ ਤਰ੍ਹਾਂ ਉੱਥੇ ਅਸੈਂਬਲੀਮੈਨ ਜਾਂ ਸੈਨੇਟਰ ਜਾਂ ਦੂਜੇ, ਉਹ ਤਾਂ ਉਹਨਾਂ ਦੀ ਇੱਕ ਆਪਣੀ ਲਾਈਨ ਸੀ, ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਆਪਣੀ ਸੀ, ਜਿਹੜੇ ਸਿੱਖ ਬੱਚੇ ਬੱਚੀਆਂ ਐਸਪਾਇਰ ਕਰ ਰਹੇ ਨੇ ਪੋਲੀਟੀਕਲ ਲਾਈਨ ਦੇ ਲਈ ਉਹਨਾਂ ਦੀ ਇੱਕ ਆਪਣੀ ਪ੍ਰੈਜ਼ੈਂਸ ਸੀ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਸਾਰੇ ਦੇ ਵਿੱਚ ਜਿਹੜੀ ਇੱਕ ਤੁਹਾਡੀ ਸਟਰੈਂਥ ਉਹ ਸ਼ੋਅ ਹੋਈ, ਪੋਲੀਟੀਕਲ ਪਾਰਟਿਸਿਪੇਸ਼ਨ ਸੀ। ਔਰ ਯੂਕਰੇਨ ਦਾ ਇਸ਼ੂ ਚੱਲਦੇ ਆ ਯੂਨਾਈਟਿਡ ਸਟੇਟਸ ਵੱਲੋਂ, ਜਿਵੇਂ ਉਸ ਬਾਰਡਰ ਦੇ ਉੱਤੇ ਪੋਲੈਂਡ ਦੇ ਇੱਕ ਵੱਡਾ ਹਿਊਮੈਨੀਟੇਰੀਅਨ ਮਿਸ਼ਨ ਜਿਹੜਾ ਹਿਊਮੈਨੀਟੇਰੀਅਨ ਏਡ ਮਿਸ਼ਨ ਕਾਇਮ ਕੀਤਾ ਹੋਇਆ। ਸੋ ਉਹਨਾਂ ਦੇ ਐਫਰਟ ਦੇ ਨਾਲ ਇੱਕ 100 ਸਾਲ ਪੁਰਾਣੀ ਯੂਕਰੇਨੀਅਨ ਆਰਗੇਨਾਈਜੇਸ਼ਨ ਹੈ ਵਿਮਨ ਦੀ ਵਿਦਨ ਨਿਊਯਾਰਕ, ਉਹਨਾਂ ਦੀ ਰਿਪਰੈਜ਼ੈਂਟੇਟਿਵ ਬੀਬੀ ਆਪਣੀ ਛੋਟੀ ਬੱਚੀ ਦੇ ਨਾਲ ਆਈ। ਉਹਨੇ ਸਟੇਜ ਤੋਂ ਐਡਰੈਸ ਵੀ ਕੀਤਾ, ਸਿੱਖਾਂ ਦਾ ਸ਼ੁਕਰੀਆ ਵੀ ਅਦਾ ਕੀਤਾ। ਔਰ ਮੈਂ ਵੀ ਆਪਣੀ ਪ੍ਰੈਜੈਂਟੇਸ਼ਨ 'ਚ ਔਰ ਹੋਰ ਵੀ ਜਿਹੜੇ ਆਰਗੇਨਾਈਜ਼ਰ ਸਨ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਇਹ ਕਹਿਣ ਦੇ ਲਈ ਕਿ ਭਾਈ ਅਸੀਂ ਸਿੱਖ ਕੌਮ ਹਮੇਸ਼ਾ ਹੀ ਜਿਹੜੀ ਡਾਊਨ ਟਰੋਡਨ ਨੇ, ਜਿਨ੍ਹਾਂ ਦੇ ਉੱਤੇ ਓਪਰੈਸਡ ਰਿਪਰੈਸਡ ਲੋਕ ਨੇ, ਉਹਨਾਂ ਦੇ ਨਾਲ ਖਲੋਂਦੇ ਨੇ। ਔਰ ਇਹ ਸਾਰੇ ਦੇ ਚੱਲਦੇ ਆ ਈਵਨ ਜਿਵੇਂ ਸਾਡੀ ਟੈਕਨੀਕਲ ਟੀਮ ਦੱਸ ਰਹੀ ਸੀ ਕਿ ਮੈਨਹਟਨ ਪੈਰੇਡ ਦਾ ਜਿੱਥੇ ਇੱਕ ਆਪਣੀ ਔ ਜਾਂ ਜਿਹਨੂੰ ਤਾਮ ਝਾਮ ਕਹਿੰਦੇ ਨੇ, ਔਰ ਟਿਕਟੌਕ 'ਤੇ ਦੀਪ ਸਿੱਧੂ ਦੀ ਉਹ ਬਰੀਫ ਜਿਹੀ ਕੋਟ ਜਿਹੜੀ ਹੈ ਉਹ ਟ੍ਰੈਂਡ ਕਰ ਰਹੀ ਸੀ, ਜਿਹਦੇ 'ਚ ਉਹਨੇ ਹਵਾਲਾ ਹੀ ਮੈਨਹਟਨ ਦੀ ਸਿੱਖ ਡੇ ਪੈਰੇਡ ਦਾ ਦਿੱਤਾ ਸੀ ਕਿ ਭਾਈ ਉੱਥੇ ਦੇਖੋ ਕਿਵੇਂ ਅਮਰੀਕਨ ਝੰਡੇ ਦੇ ਨਾਲ ਖਾਲਸੇ ਦਾ ਕੇਸਰੀ ਨਿਸ਼ਾਨ ਵੀ ਝੂਲਦਾ। ਔਰ ਹੋਰ ਵੀ ਕਿਉਂਕਿ ਇਸ ਪੈਰੇਡ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਸਮਰਪਿਤ ਸੀ, ਉੱਥੇ ਦੀਪ ਸਿੱਧੂ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਦੇ ਜਿਹੜੇ ਇੱਕ ਨਾਇਕ ਦੇ ਤੌਰ 'ਤੇ ਐਮਰਜ ਹੋਏ ਨੇ, ਉਹਨਾਂ ਦੀਆਂ ਤਸਵੀਰਾਂ, ਖਾਲਿਸਤਾਨ ਦੇ ਝੰਡੇ, ਸੰਤ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ, ਖਾਲਿਸਤਾਨ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਦੇ ਨਾਲ ਸਜੇ ਹੋਏ ਫਲੋਟ, ਔਰ ਦੀਪ ਸਿੱਧੂ ਦਾ ਮੈਸੇਜ। ਔਰ ਸਿੱਖ ਨੌਜਵਾਨਾਂ ਬੱਚਿਆਂ ਦਾ ਆਪਣਾ ਬੈਂਡ ਵੀ ਜਿਹੜਾ ਵਾਸ਼ਿੰਗਟਨ DC ਦੀ ਪੈਰੇਡ 'ਚ ਵੀ ਉਹ ਸ਼ਾਮਲ ਸੀ। ਔਰ ਇਹ ਗੱਲ ਮੁਕੰਮਲ ਨਹੀਂ ਹੋਏਗੀ ਜੇ ਗੱਤਕਾ ਸਾਡੇ ਨੌਜਵਾਨ ਜਿਹੜੀ ਸਭ ਤੋਂ ਜ਼ਿਆਦਾ ਅਟਰੈਕਸ਼ਨ ਖਾਸ ਤੌਰ 'ਤੇ ਅਮਰੀਕਨਸ ਲਈ ਹੁੰਦੀ ਹੈ, ਇੱਕ ਤਾਂ ਪਹਿਰਾਵਾ ਨੀਲਾ, ਬਸੰਤੀ, ਕੇਸਰੀ ਆਪਣੇ ਆਪ 'ਚ ਹੀ ਕਲਰਫੁੱਲ ਹੈ। ਖਾਲਸਾਈ ਬਾਣੇ ਦੇ ਵਿੱਚ ਸਜੇ ਸਿੰਘ ਸਿੰਘਣੀਆਂ, ਵਾਕਿਆ ਹੀ ਉਹਨਾਂ ਦੇ ਚਿਹਰਿਆਂ 'ਤੇ ਵੀ ਇੱਕ ਨੂਰ ਹੁੰਦਾ ਹੈ ਔਰ ਉਹ ਆਪਣੇ ਜੌਹਰ ਦਿਖਾਉਂਦੇ ਨੇ। ਔਰ ਅਸੀਂ ਸਮਝਦੇ ਹਾਂ ਵੀ ਜਿਨ੍ਹਾਂ ਨੇ ਇਹਨਾਂ ਬੱਚੇ ਬੱਚਿਆਂ ਨੂੰ ਤਿਆਰ ਕਰਨ ਦੇ ਲਈ ਕਿੰਨਾ ਵਕਤ ਲਾਇਆ ਜਾਂ ਲਾਉਂਦੇ ਨੇ। ਸੋ ਇਹ ਸਾਰੇ ਦੇ ਨਾਲ ਨਾਲ ਸਮੁੱਚੀ ਤੌਰ 'ਤੇ ਸਮੁੱਚੀ ਤੁਹਾਨੂੰ ਜਦੋਂ ਕਮਿਊਨਿਟੀ ਇੱਕ ਥਾਂ ਇਕੱਠੀ ਨਜ਼ਰ ਆਉਂਦੀ ਹੈ, ਭਾਵੇਂ ਮਤਭੇਦ ਆਪਣੀ ਥਾਂ ਹੁੰਦੇ ਨੇ, ਉਹ ਤੁਹਾਨੂੰ ਸਟੇਜ 'ਤੇ ਨਜ਼ਰ ਆ ਜਾਂਦਾ, ਕੌਣ ਕਿਹਨੂੰ ਮੋਢਾ ਮਾਰ ਕੇ ਅੱਗੇ ਲੰਘ ਰਿਹਾ, ਕੌਣ ਪਿੱਛੇ ਲੰਘ ਰਿਹਾ, ਕਿਹਨੂੰ ਬੋਲਣ ਦਾ ਟਾਈਮ ਪਹਿਲਾਂ ਦਿੱਤਾ ਜਾ ਰਿਹਾ। ਉਹ ਤਾਂ ਇੱਕ ਹਿਊਮਨ ਨੇਚਰ ਵੀ ਹੈ, ਤਾਂ ਉਹ ਸਾਡੀ ਪੰਜਾਬੀ ਤਹਿਜ਼ੀਬ ਦੀ ਇੱਕ ਉਹ ਪਾਣੀਆਂ ਦੀ ਸ਼ਰਾਰਤ ਵੀ ਹੈ। ਲੇਕਿਨ ਫਿਰ ਵੀ ਜਦੋਂ ਤੁਸੀਂ ਔਰ ਆਮ ਲੋਕ ਜਿਹੜੇ ਨੇ ਉਹਨੂੰ ਲੱਗਦਾ ਵੀ ਸੋ ਮੈਨੀ ਸਿੱਖਸ, ਔਰ ਫਿਰ ਇਹ ਲੱਗਦਾ ਵੀ ਸਾਰੇ ਹੀ ਇੱਕ ਇਕੱਠੇ ਤਾਂ ਅਸੀਂ ਹਾਂ ਨਾ, ਵੀ ਸਾਡੇ ਗੁਰੂ ਗ੍ਰੰਥ ਸਾਹਿਬ, ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ, ਔਰ ਮਨਾ ਵੀ ਅਸੀਂ ਆਪਣਾ ਸਿਰਜਣਾ ਦਿਵਸ ਰਹੇ, ਆਪਣਾ ਜਨਮ ਦਿਨ ਮਨਾ ਰਹੇ ਕੌਮ ਦੇ ਤੌਰ 'ਤੇ। ਸੋ ਇਸ ਸਾਰੇ ਦੇ ਨਾਲ ਨਾਲ ਬਾਕੀ ਜਦੋਂ ਤੁਸੀਂ ਆਪਣੇ ਨਗਰ ਕੀਰਤਨ ਆਪਣੇ ਪ੍ਰੋਪਰ ਥਾਂ 'ਤੇ ਪਹੁੰਚਦਾ ਮੰਜ਼ਿਲ 'ਤੇ, ਫਿਰ ਸੇਵਾ ਦਾ ਪੱਖ ਜੇ ਤੁਸੀਂ ਦੇਖੋ, ਉਹ ਜਿਹੜੇ ਲੰਗਰ ਚੱਲ ਰਹੇ ਨੇ ਜਾਂ ਦੂਜੇ ਐਂਡ ਤੱਕ, ਜਦੋਂ ਹੁਣ ਅਸੀਂ ਸਟੇਜ ਤੋਂ ਉਤਰ ਕੇ ਪਹੁੰਚਣ ਵਾਲੇ ਅਖੀਰਲੇ ਹੁੰਦੇ ਆ, ਪੂਰੇ ਦੇਗਾ ਮੁੱਦੇ ਮਾਰਨ ਤੇ ਹੁੰਦੇ ਨੇ, ਪਰ ਉਹਨਾਂ ਨੂੰ ਵੀ ਪਤਾ, ਉਹਨਾਂ ਨੇ ਵੀ ਰੱਖਿਆ ਹੁੰਦਾ, ਕਹਿੰਦੇ ਅੱਛਾ ਆ ਗਏ, ਉਹਨਾਂ ਨੇ ਉਹ ਕੱਢਿਆ ਹੁੰਦਾ ਹੈ ਔਰ ਸੇਵਾ ਕਰ ਰਹੇ ਹੁੰਦੇ ਨੇ, ਔਰ ਉਹਨਾਂ ਦਾ ਇੱਕ ਆਪਣਾ ਰੰਗ ਹੁੰਦਾ। ਹਾਲਾਂਕਿ
ਕਿਉਂਕਿ ਸਟਾਕਟਨ ਜਾਂ ਯੂਬਾ ਸਿਟੀ ਦੀ ਤਰਜ਼ ਤੇ ਇੱਥੇ ਰਾਹ ਦੇ ਵਿੱਚ ਨਹੀਂ ਹੁੰਦਾ ਕੁਝ ਵੀ, ਤਾਂ ਪਲੇਸ ਵੀ ਥੋੜ੍ਹਾ ਹੈ, ਰੈਸਟ੍ਰਿਕਸ਼ਨਸ ਵੀ ਨੇ, ਲੇਕਿਨ ਜਿਵੇਂ ਭਰ ਕੇ ਪੂਰੇ ਉਹ ਪ੍ਰਸ਼ਾਦ ਦੇ ਨਾਂ ਥੱਲੇ ਜੋ ਕਾਜੂ ਬਦਾਮ ਔਰ ਡਰਾਈ ਫਰੂਟ ਚਾਰ ਚਫੇਰੇ ਵਾਲਿਆਂ ਨੂੰ ਵੰਡਿਆ ਜਾ ਰਿਹਾ ਹੁੰਦਾ ਤੇ ਪਹੁੰਚ ਕੇ ਫਿਰ ਇੱਕ ਲੰਗਰ ਦੀ ਆਪਣੀ ਸ਼ਾਨ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਬਈ ਇਹ ਸਾਰੇ 'ਚ ਜਿੱਥੇ ਸਾਰੀਆਂ ਹੀ ਆਰਗੇਨਾਈਜੇਸ਼ਨਸ ਦੀ ਪਾਰਟਿਸਿਪੇਸ਼ਨ ਸੀ, ਸਿੱਖਸ ਫਾਰ ਜਸਟਿਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ TV 84 ਦੀ ਟੀਮ ਦਾ ਜੇ ਮੈਂ ਸ਼ੁਕਰੀਆ ਨਾ ਅਦਾ ਕਰਾਂ ਤੇ ਇਹ ਬਣੇਗਾ ਨਹੀਂ ਗੱਲ। ਸਾਡੀ ਟੀਮ ਨੇ ਬਹੁਤ ਮਿਹਨਤ ਕੀਤੀ। ਪ੍ਰੀਵੀਅਸ ਈਵਨਿੰਗ ਤੱਕ ਪਤਾ ਨਹੀਂ ਸੀ ਕਿਉਂਕਿ ਐਤਕੀ ਕਿਸੇ ਨੂੰ ਕੋਈ ਥਾਂ ਅਲਾਟ ਨਹੀਂ ਸੀ ਕੀਤੀ ਹੋਈ, ਲੇਕਿਨ ਸਵੇਰੇ 6 ਵਜੇ ਜਾ ਕੇ ਪਿੱਕਾ ਲੈ ਕੇ ਸੈੱਟ ਕੀਤਾ। ਔਰ ਸਾਡਾ ਬੇਸ਼ੱਕ ਕੌਣ ਕਿਹਦੇ ਗੁਣ ਗਾਉਂਦਾ ਹੈ, ਪਰ ਅਸੀਂ ਤਾਂ ਸਿੱਖ ਸੰਗਤ ਦੀ ਕਚਹਿਰੀ 'ਚ ਹੀ ਹੁੰਦੇ ਹਾਂ। TV 84 ਕੱਲਾ ਇੱਕੋ ਇੱਕ ਚੈਨਲ ਸੀ ਜਿਨ੍ਹਾਂ ਨੇ ਪਿੱਕੇ ਦੇ ਉੱਤੇ ਆਪਣਾ ਜਿਹੜਾ ਕੈਮਰੇ ਲਾ ਕੇ ਉਸ ਨੂੰ ਪ੍ਰੋਪਰ ਇੱਕ ਸਪੇਸ ਤੋਂ ਕਵਰ ਕੀਤਾ, ਬਿਗਨਿੰਗ ਤੋਂ ਐਂਡ ਤੱਕ ਉਸ ਨੂੰ ਕਵਰ ਕੀਤਾ। ਔਰ ਸਟੂਡੀਓ 'ਚੋਂ ਵੀ ਉੱਥੇ ਬੈਠਿਆਂ ਵੀ। ਸੋ ਮੈਂ ਆਪਣੇ ਸਾਰੀ ਟੀਮ ਦਾ, ਸਮੁੱਚੀ ਟੀਮ ਦਾ ਖਾਸ ਤੌਰ 'ਤੇ ਧੰਨਵਾਦ ਵੀ ਕਰਦਾ। ਤੁਸੀਂ ਵੀ ਬੜੀ ਅੱਛੀ ਓਪਨਿੰਗ ਵੀ ਕੀਤੀ, ਉਹਨੂੰ ਸਾਰਿਆਂ ਨੂੰ ਕਵਰ ਵੀ ਕੀਤਾ। ਔਰ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਵੀ ਵਕਤ ਦੇ ਨਾਲ ਥੋੜ੍ਹਾ ਕੁਝ ਸਿੱਖ ਰਹੇ ਹਾਂ ਔਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਅਸੀਂ ਜਿਹੜਾ ਵੱਧ ਤੋਂ ਵੱਧ ਜਿਹੜੀ ਉਹ ਕਵਰੇਜ ਵੀ ਹੋਏ। ਹੁਣ ਆਉਣ ਵਾਲਾ 29 ਅਪ੍ਰੈਲ ਜਿਹੜਾ ਕਿ ਖਾਲਿਸਤਾਨ ਡੈਕਲੇਰੇਸ਼ਨ ਡੇ ਹੈ, ਇਸ ਬਾਤ ਦਾ ਖਾਸ ਸਮਾਗਮ ਵੀਰ ਸਵਰਨਜੀਤ ਸਿੰਘ ਹੋਰਾਂ ਦੇ ਉਦਮ ਨਾਲ ਕਨੈਟੀਕਟ ਸਟੇਟ ਦੇ ਨਾਰਵਿਚ ਸਿਟੀ ਹਾਲ ਦੇ ਵਿੱਚ ਹੋ ਰਿਹਾ, ਉਹਨੂੰ ਵੀ TV 84 ਦੀ ਟੀਮ ਕਵਰ ਕਰੇਗੀ। ਔਰ ਅਸੀਂ ਸਮੂਹ ਵੀਰਾਂ ਭੈਣਾਂ ਦਾ ਜਿਹੜੇ ਸਾਨੂੰ ਮਿਲੇ ਆ ਕੇ, ਜਿਨ੍ਹਾਂ ਦੀ TV 84 ਨਾਲ ਮੁਹੱਬਤ ਹੈ, ਪਿਆਰ ਕਰਦੇ ਨੇ ਔਰ ਉਹਨਾਂ ਦੇ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹਨਾਂ 'ਤੇ ਅਸੀਂ ਪੂਰਾ ਉਤਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ। ਪਰ ਜਿਵੇਂ ਅਸੀਂ ਇਹ ਕਿਹਾ ਕਿ ਭਾਈ ਇਨ ਦਾ ਐਂਡ ਆਫ ਦਾ ਡੇ ਇਹ ਇੱਕ ਜਿਹੜਾ ਕਪਲੇਟ ਪਤਾ ਨਹੀਂ ਕਿਹਨਾਂ ਦਾ ਹੈ, ਪਰ ਇਹ ਮੈਂ ਅਕਸਰ ਦੁਹਰਾਉਂਦਾ कि ए ज़र तू खुदा तो नहीं वा लेकिन वा खुदा से कम भी नहीं। कि ए पैसे तू रब तो नहीं है पर रब दी सौं रब तो घट भी नहीं है। सो असी ये तवक्को करते हैं कि भाई ये जिन्ना क TV 84 ਦੇ ਕੋਲ ਸਾਡੇ ਕੋਲ ਸਾਧਨ ਨੇ, ਸਾਨੂੰ ਤੁਹਾਡੀ ਹਮਾਇਤ ਹੈ, ਅਸੀਂ ਇਸ ਕੰਮ ਨੂੰ ਜਾਰੀ ਰੱਖ ਰਹੇ ਹਾਂ। ਔਰ ਸਾਨੂੰ ਖੁਸ਼ੀ ਹੈ ਕਿ ਵੀ ਇਸ ਪੈਰੇਡ ਨੂੰ ਇਸ ਸਾਲਮ TV ਚੈਨਲ ਨੇ ਹੀ ਥਰੂ ਆਊਟ ਕਵਰ ਕੀਤਾ ਔਰ ਸਾਡੇ ਦਰਸ਼ਕਾਂ ਵੱਲੋਂ ਇਸ ਨੂੰ ਬਹੁਤ ਸਰਾਹਿਆ ਵੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਿੱਖ ਡੇ ਪਰੇਡ ਦੇ ਹਵਾਲੇ ਨਾਲ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।